Hello dear students, how are you all? My name is Sandeep Singh. I am working as Science Master at GMS Pandori Bavadas, District Hoshiarpur. I am going to start the videos of class 8th maths subject. So the first chapter in this maths book is Rational Numbers means ਪਰਮੇਯ ਸੰਖਿਆਵਾਂ। ਇਸ ਚੈਪਟਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਰਮੇਯ ਸੰਖਿਆਵਾਂ ਦੀ ਡੈਫੀਨੇਸ਼ਨ, ਉਸ ਤੋਂ ਬਾਅਦ ਪਰਮੇਯ ਸੰਖਿਆਵਾਂ ਦੇ ਗੁਣ, ਫਿਰ ਜੁਣਾਤਮਕ ਅਤੇ ਗੁਣਾਤਮਕ ਉਲਟ, ਉਸ ਤੋਂ ਬਾਅਦ ਕਿਸੇ ਦੋ ਪਰਮੇਯ ਸੰਖਿਆਵਾਂ ਵਿਚਕਾਰ ਪਰਮੇਯ ਸੰਖਿਆ ਨੂੰ ਲਿਖਣਾ ਤੇ ਲਾਸਟ ਵਿੱਚ ਪਰਮੇਯ ਸੰਖਿਆ ਨੂੰ ਸੰਖਿਆ ਰੇਖਾ ਤੇ ਅੰਕਿਤ ਕਰਨਾ ਬਾਰੇ ਪੜਾਂਗੇ। ਜੇਕਰ ਅਸੀਂ ਸਾਲ 2019-20 ਦੇ ਕਰਿਕੂਲਮ ਦੇ ਅਕੋਰਡਿੰਗਲੀ ਦੇਖੀਏ ਤਾਂ ਤੁਹਾਨੂੰ ਇਸ ਚੈਪਟਰ ਦੇ ਵਿੱਚੋਂ ਇੱਕ ਕੁਐਸਚਨ 1 ਨੰਬਰ ਦਾ ਤੇ ਇੱਕ ਕੁਐਸਚਨ 2 ਮਾਰਕਸ ਦਾ ਮੀਨਸ ਕੁੱਲ 3 ਮਾਰਕਸ ਦਾ ਪੇਪਰ ਇਸ ਚੈਪਟਰ ਦੇ ਵਿੱਚੋਂ ਆਏਗਾ। ਸਭ ਤੋਂ ਪਹਿਲਾਂ ਅਸੀਂ ਪ੍ਰਾਕਿਰਤਿਕ ਸੰਖਿਆਵਾਂ, ਪੂਰਨ ਸੰਖਿਆਵਾਂ ਤੇ ਸੰਪੂਰਨ ਸੰਖਿਆਵਾਂ ਬਾਰੇ ਪੜ੍ਹ ਲੈਂਦੇ ਹਾਂ। ਠੀਕ ਹੈ, ਪ੍ਰਾਕਿਰਤਿਕ ਸੰਖਿਆਵਾਂ ਮੀਨਸ ਨੈਚੁਰਲ ਨੰਬਰਸ। Nature is made by God. Now God is one. Therefore ਜਿਹੜੀਆਂ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਉਹ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਹੁੰਦੀਆਂ ਹਨ, ਮੀਨਸ ਨੈਚੁਰਲ ਨੰਬਰਸ ਹੁੰਦੇ ਹਨ। ਮੀਨਸ all positive numbers starting from 1 are known as natural numbers. ਉਸ ਤੋਂ ਬਾਅਦ ਪੂਰਨ ਸੰਖਿਆਵਾਂ ਮੀਨਸ ਹੋਲ ਨੰਬਰਸ। ਨਾ ਹੋਲ ਦਾ ਮਤਲਬ ਹੁੰਦਾ ਪੂਰਾ, ਮਤਲਬ ਪੂਰਾ ਕੀ ਚੱਕਰ ਨੂੰ ਅਸੀਂ ਇੱਥੇ ਸਿਫਰ ਮੰਨਾਂਗੇ। ਸੋ ਜਿੰਨੀਆਂ ਵੀ ਸੰਖਿਆਵਾਂ ਜੋ ਸਿਫਰ ਤੋਂ ਸ਼ੁਰੂ ਹੁੰਦੀਆਂ ਮੀਨਸ 0 ਤੋਂ ਸਟਾਰਟ ਹੁੰਦੀਆਂ 0 1 2 3 4 ਐਂਡ ਸੋ ਔਨ ਅਪ ਟੂ ਇਨਫਿਨਿਟੀ, ਇਹ ਸਾਰੀਆਂ ਪੂਰਨ ਸੰਖਿਆਵਾਂ ਹੁੰਦੀਆਂ ਮੀਨਸ ਹੋਲ ਨੰਬਰਸ। ਓਕੇ, ਉਸ ਤੋਂ ਬਾਅਦ ਇਹ ਬੱਚੇ ਸੰਪੂਰਨ ਮਤਲਬ ਸਾਰੇ ਤਰ੍ਹਾਂ ਨਾਲ ਪੂਰਨ, ਜਿਹਦੇ ਵਿੱਚ ਧਨਾਤਮਕ ਸੰਖਿਆਵਾਂ ਵੀ ਆਣ, ਰਿਣਾਤਮਕ ਵੀ ਆਣ ਤੇ ਸਿਫਰ ਵੀ ਆਵੇ। ਮੀਨਸ all positive and negative numbers including 0, they are known as integers। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਡਾਟਡ ਦਾ ਮਤਲਬ ਆ ਇਸ ਸਾਈਡ ਤੋਂ ਇਹ ਓਪਨ ਆ, ਜਿੰਨੇ ਮਰਜ਼ੀ ਸੰਖਿਆਵਾਂ ਪੋਜ਼ਿਟਿਵ ਹੋ ਸਕਦੀਆਂ, ਇਹਦੀ ਜਿੰਨੀਆਂ ਮਰਜ਼ੀ ਨੈਗੇਟਿਵ ਸੰਖਿਆਵਾਂ ਹੋ ਸਕਦੀਆਂ। ਸੋ ਇਹ ਤਾਂ ਸੀ ਨੈਚੁਰਲ ਨੰਬਰ, ਹੋਲ ਨੰਬਰਸ ਤੇ ਇੰਟੀਜਰਸ ਬਾਰੇ। ਸੋ ਪਰਮੇਯ ਸੰਖਿਆਵਾਂ ਦੀ ਡੈਫੀਨੇਸ਼ਨ ਕਰਨ ਤੋਂ ਪਹਿਲਾਂ ਆਓ ਤੁਹਾਨੂੰ 7ਵੀਂ ਕਲਾਸ ਦੇ ਵਿੱਚ ਲੈ ਕੇ ਚੱਲਦੇ ਹਾਂ। ਉਸ ਕਲਾਸ ਦੇ ਵਿੱਚ ਤੁਸੀਂ ਭਿੰਨਾ ਮੀਨਸ ਫ੍ਰੈਕਸ਼ਨ ਬਾਰੇ ਪੜ੍ਹਿਆ ਸੀ। ਤਾਂ ਫ੍ਰੈਕਸ਼ਨ ਨੂੰ ਅਸੀਂ ਕਿਸ ਤਰੀਕੇ ਨਾਲ ਲਿਖ ਸਕਦੇ ਸੀ? ਵੱਡਿਆਂ ਦੇ ਵਿੱਚ, ਮੀਨਸ ਜਿਸ ਦਾ ਉੱਪਰ ਵਾਲਾ ਹਿੱਸਾ ਉਸ ਨੂੰ ਅੰਸ਼ ਕਹਿੰਦੇ ਸੀ ਔਰ ਥੱਲੇ ਵਾਲੇ ਹਿੱਸੇ ਨੂੰ ਹਰ ਕਹਿੰਦੇ ਸੀ। ਮੀਨਸ ਉੱਪਰ ਵਾਲੇ ਹਿੱਸੇ ਨੂੰ ਨਿਊਮਰੇਟਰ ਔਰ ਨੀਚੇ ਵਾਲੇ ਹਿੱਸੇ ਨੂੰ ਡਿਨੋਮੀਨੇਟਰ। So fractions can be written in the form of numerator over denominator। ਬੱਚੇ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਅਗਰ ਸਾਡੇ ਕੋਲ ਇਹ ਚੱਕਰ ਆ, ਉਸ ਚੱਕਰ ਨੂੰ ਅਸੀਂ 4 ਇਕੁਅਲ ਭਾਗਾਂ ਦੇ ਵਿੱਚ ਵੰਡਿਆ ਹੋਇਆ ਤੇ ਉਹਦੇ ਵਿੱਚੋਂ ਇੱਕ ਹਿੱਸੇ ਨੂੰ ਅਸੀਂ ਸ਼ੇਡਡ ਕਰਤਾ, ਮੀਨਸ ਛਾयांकित ਕਰਤਾ, ਤਾਂ ਇਸ ਸ਼ੇਡਡ ਪੋਰਸ਼ਨ ਦੀ ਫ੍ਰੈਕਸ਼ਨ ਕੀ ਹੋਏਗੀ? ਕਿਉਂਕਿ ਇੱਥੇ ਕੁੱਲ ਕਿੰਨੇ ਹਿੱਸੇ ਆ? ਕਿਉਂਕਿ ਇੱਥੇ 4 ਇਕੁਅਲ ਭਾਗ ਹੈਗੇ ਆ, ਇਟ ਮੀਨਸ ਜਿਹੜਾ ਹਰ ਆ ਉਹਦਾ 4 ਆ ਜਾਣਾ ਔਰ ਜੋ ਹਿੱਸਾ ਸ਼ੇਡਡ ਹੈਗਾ ਉਹਨੂੰ ਆਪਾਂ ਉੱਪਰ ਰੱਖਾਂਗੇ, 1/4 ਆ ਜਾਣਾ। ਇਸੇ ਤਰੀਕੇ ਨਾਲ ਹੀ ਇਹਦੇ ਵਿੱਚ 2 ਹਿੱਸੇ ਸ਼ੇਡਡ ਆ, ਇਹਦਾ ਮਤਲਬ ਇਹਦੀ ਭਿੰਨ ਆ ਜਾਏਗੀ 2/4। ਇਸੇ ਤਰੀਕੇ ਨਾਲ ਇਹਦੇ ਵਿੱਚ 3 ਹਿੱਸੇ ਸ਼ੇਡਡ ਆ ਤਾਂ ਇਹਦੀ ਭਿੰਨ ਆ ਜਾਏਗੀ 3/4। ਇਸ 4 ਹਿੱਸਿਆਂ ਦੇ ਵਿੱਚੋਂ 4 ਹਿੱਸੇ ਸ਼ੇਡਡ ਆ, ਇਟ ਮੀਨਸ ਇਹਦੀ ਭਿੰਨ ਆ ਜਾਏਗੀ 4/4। ਇਟ ਮੀਨਸ ਇੱਥੇ ਇਹ ਸਾਰੀਆਂ ਕੀ ਆ? ਫ੍ਰੈਕਸ਼ਨਸ ਆ, ਮੀਨਸ ਭਿੰਨਾਂ ਆ। ਠੀਕ ਹੈ, ਔਰ ਜਿਨ੍ਹਾਂ ਨੂੰ ਅਸੀਂ ਅੰਸ਼ ਵਟਾ ਹਰ ਦੇ ਰੂਪ ਵਿੱਚ ਲਿਖ ਸਕਦੇ ਹਾਂ। ਅਗਰ ਅਸੀਂ ਇਸ ਅੰਸ਼ ਨੂੰ p ਲਿਖ ਦਈਏ ਔਰ ਹਰ ਨੂੰ q ਲਿਖ ਦਈਏ, ਠੀਕ, ਇਹ ਇੱਕ ਜਨਰਲ ਫਾਰਮ ਆ ਗਈ। ਠੀਕ, ਤਾਂ ਇਸ ਨੂੰ p/q ਜਿਹਦੇ ਵਿੱਚ q ਦੀ ਵੈਲਿਊ 0 ਨਾ ਹੋਵੇ, ਇਹ ਗੱਲ ਯਾਦ ਰੱਖਣੀ ਹੈ, q ਦੀ ਵੈਲਿਊ 0 ਨਹੀਂ ਹੋ ਸਕਦੀ, ਉਸ ਨੂੰ ਅਸੀਂ ਪਰਮੇਯ ਸੰਖਿਆ ਆਖਦੇ ਹਾਂ। ਇੱਥੇ ਭਿੰਨਾਂ ਦੇ ਵਿੱਚ ਉੱਪਰ ਵਾਲਾ ਅੰਸ਼ ਜੋ ਹੈ ਉਹ ਕੀ ਆ? ਪਲੱਸ ਵਾਲੀ ਵੈਲਿਊ ਆ। ਪਰ ਪਰਮੇਯ ਸੰਖਿਆਵਾਂ ਦੇ ਵਿੱਚ p ਦੀ ਵੈਲਿਊ 0 ਵੀ ਹੋ ਸਕਦੀ, ਰਿਣਾਤਮਕ ਵੀ ਹੋ ਸਕਦੀ ਹੈ ਤੇ ਧਨਾਤਮਕ ਵੀ ਹੋ ਸਕਦੀ। q ਦੀ ਵੈਲਿਊ ਕਦੇ ਵੀ 0 ਨਹੀਂ ਹੁੰਦੀ।
ਕਾਰਨ ਕੀ ਹੈ ਕਿ ਕਿਸੇ ਵੀ ਸੰਖਿਆ ਨੂੰ ਸਿਫਰ ਦੇ ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਮੀਨ 1/4 ਜਿਹੜੀ ਆ ਉਹ ਵੈਲਿਊ ਪੋਸੀਬਲ ਆ, ਪਰ 1/0 ਇਹ ਪੋਸੀਬਲ ਨਹੀਂ ਹੈ। ਇਹਦਾ ਆਨਸਰ ਅਨੰਤ ਆਉਂਦਾ ਹੈ। ਠੀਕ। ਸੋ ਸਭ ਤੋਂ ਪਹਿਲਾਂ ਅਸੀਂ ਪਰਮੇਯ ਸੰਖਿਆ ਮੀਨਸ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਕਰਾਂਗੇ। ਪਰਮੇਯ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਸ ਨੂੰ ਅਸੀਂ p/q ਦੇ ਰੂਪ ਵਿੱਚ ਲਿਖ ਸਕਦੇ ਹਾਂ। If you have opt English medium, then in English the definition will be the number which can be represented in p/q form. ਇੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ, ਲੇਕਿਨ ਜੋ ਕਿ ਕੰਡੀਸ਼ਨ ਹੈ ਕਿ q ਦੀ ਵੈਲਿਊ ਕਦੇ ਵੀ 0 ਨਹੀਂ ਹੁੰਦੀ। ਚਲੋ ਇਸ ਨੂੰ ਸਮਝਣ ਲਈ ਅਸੀਂ ਇੱਕ ਐਗਜ਼ਾਮਪਲ ਲੈਨੇ। ਮੰਨ ਲਓ ਅਸੀਂ 1 ਨੂੰ 1 ਨਾਲ ਡਿਵਾਈਡ ਕਰਦੇ ਆ ਤੇ ਸਾਡਾ ਆਨਸਰ 1 ਆਉਂਦਾ ਹੈ। ਠੀਕ ਹੈ, ਜੋ ਕਿ ਇੱਕ ਪਰਮੇਯ ਸੰਖਿਆ ਹੈ, ਪਰ 1 ਨੂੰ 0 ਦੇ ਨਾਲ ਡਿਵਾਈਡ ਨਹੀਂ ਕੀਤਾ ਜਾ ਸਕਦਾ। ਈਵਨ ਯੂਅਰ ਕੈਲਕੂਲੇਟਰ ਕੈਨ ਨਾਟ ਗਿਵ ਦ ਆਨਸਰ ਆਫ ਦਿਸ। ਉੱਥੇ ਵੀ ਐਰਰ ਲਿਖਿਆ ਆਏਗਾ ਔਰ ਕੈਨ ਨਾਟ ਬੀ ਡਿਵਾਈਡਡ ਇਸ ਤਰੀਕੇ ਨਾਲ ਲਿਖਿਆ ਆਏਗਾ। ਠੀਕ ਹੈ, ਮਤਲਬ 1/0 ਦਾ ਆਨਸਰ ਅਨੰਤ ਹੁੰਦਾ ਹੈ, ਮੀਨਸ ਇਨਫਿਨਿਟੀ। ਠੀਕ ਹੈ, ਸੋ ਕਿਸੇ ਵੀ ਸੰਖਿਆ ਨੂੰ, ਇਕੱਲੇ 1 ਨੂੰ ਨਹੀਂ, ਕਿਸੇ ਵੀ ਸੰਖਿਆ ਨੂੰ 0 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪਰਮੇਯ ਸੰਖਿਆ ਨੂੰ ਲਿਖਣ ਦੀ ਇੱਕ ਕੰਡੀਸ਼ਨ ਹੁੰਦੀ ਕਿ q ਦੀ ਵੈਲਿਊ ਇਟ ਕੈਨ ਨਾਟ ਬੀ 0, ਮਤਲਬ ਹਰ ਦੀ ਵੈਲਿਊ ਕਦੇ ਵੀ 0 ਨਹੀਂ ਹੁੰਦੀ। ਠੀਕ ਹੈ, ਸੋ ਇੰਨੀ ਗੱਲ ਤੁਸੀਂ ਸਮਝ ਗਏ ਕਿ ਕੋਈ ਵੀ ਸੰਖਿਆ ਜਿਹਨੂੰ ਅਸੀਂ ਅੰਸ਼ ਬਟਾ ਹਰ ਰੂਪ ਵਿੱਚ ਮੀਨਸ ਨਿਨੋਮੀਨੇਟਰ ਓਵਰ ਡਿਨੋਮੀਨੇਟਰ ਫਾਰਮ ਦੇ ਵਿੱਚ ਲਿਖ ਸਕਦੇ ਆ, ਉਹ ਸਾਰੀਆਂ ਕੀ ਹੁੰਦੀਆਂ? ਪਰਮੇਯ ਸੰਖਿਆਵਾਂ। ਜਿਵੇਂ ਕਿ 0 2 4 ਇਹ -4 ਇਹ ਸੰਖਿਆਵਾਂ ਲਿਖੀਆਂ। ਇਹਦੇ ਵਿੱਚ 0 ਨੂੰ ਅਸੀਂ 0/1 ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਇੱਕ ਪਰਮੇਯ ਸੰਖਿਆ। ਇਸੇ ਤਰੀਕੇ ਨਾਲ 2 ਨੂੰ ਅਸੀਂ 2/1 ਲਿਖਦੇ ਹਾਂ ਤਾਂ ਇਹਦਾ ਆਨਸਰ 2 ਹੀ ਰਹੇਗਾ, ਤਾਂ ਇਹ ਵੀ ਇੱਕ ਪਰਮੇਯ ਸੰਖਿਆ ਹੈ। ਇਸੇ ਤਰੀਕੇ ਨਾਲ -4 ਜੇਕਰ ਅਸੀਂ ਇਹਨੂੰ -4/1 ਲਿਖਦੇ ਹਾਂ ਤਾਂ ਇਹਦਾ ਆਨਸਰ ਵੀ -4 ਹੀ ਆਏਗਾ, ਇਹ ਵੀ ਇੱਕ ਪਰਮੇਯ ਸੰਖਿਆ ਹੈ। ਸੋ ਇਟ ਮੀਨਸ ਜਿੰਨੀਆਂ ਵੀ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ ਉਹ ਸਾਰੀਆਂ ਪਰਮੇਯ ਸੰਖਿਆਵਾਂ ਹੁੰਦੀਆਂ ਹਨ। ਸੋ ਪਿਆਰੇ ਵਿਦਿਆਰਥੀਓ, ਨੈਕਸਟ ਹੈ ਪਰਮੇਯ ਸੰਖਿਆਵਾਂ ਦੇ ਗੁਣ ਮੀਨਸ ਪ੍ਰੋਪਰਟੀਜ਼ ਆਫ ਰੈਸ਼ਨਲ ਨੰਬਰਸ। तो इस विच सब तो पहला आती है बंद प्रॉपर्टी मीनस क्लोजर प्रॉपर्टी। ठीक है, सो इस विच असी परमेय संख्यावां दा जोड़ घटाओ गुणा ते भाग करके देखांगे कि अगर दो परमेय संख्यावां दी गुणा करते हाँ तो की प्राप्त होया आंसर भी परमेय संख्या है। इसे तरीके नाल जे दो संख्यावां दी घटाओ करते हाँ तो प्राप्त होया आंसर की वो भी एक परमेय संख्या है। एक सिंपल जी एग्जाम्पल लैके इसनूं समझण दी कोशिश करते हैं। मान लो साडे कोल परमेय संख्या है 1/2, इस विच असीं 0 ऐड कर दें। हुण 0 ਨੂੰ ਅਸੀਂ 0/2 भी ले सकते हैं। 2 इत्थे इस करके लिखिया क्योंकि 1/2 विच 2 हर आ तो 0/2 लिख दिता, ਉਹਦਾ आंसर भी 0 ही आऊगा, बट असीं हर इत्थे सेम कर लिया। हुण जदों असीं इहनूं जोड़ांगे तो थल्ले हर कितना आ जाएगा 2, तो ऊपर की आ जाना 1 जमा 0 बराबर 1/2। हुण 1/2 भी एक परमेय संख्या है। ਜਦੋਂ ਅਸੀਂ ਕਿਸੇ ਵੀ ਦੋ ਪਰਮੇय ਸੰਖਿਆਵਾਂ ਦਾ ਜੋੜ ਕਰਦੇ ਆ ਤੇ ਸਾਨੂੰ ਇੱਕ ਹੋਰ ਪਰਮੇय ਸੰਖਿਆ ਮਿਲਦੀ ਹੈ। ਇਸੇ ਤਰੀਕੇ ਨਾਲ ਤੁਸੀਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ 1/2 + 3/2। ਜਦੋਂ ਇਹਦੇ ਵਿੱਚ ਇਹਨੂੰ ਜੋੜੋਗੇ 2 ਹਰ ਆ ਗਿਆ, 1 ਜਮਾ 3 ਬਰਾबर 4/2, तो इसनों असीं की है 2 लिखांगे। सो 2 भी एक परमेय संख्या है। ठीक, इसका मतलब परमेय संख्यावां जोड़ दे अंतरगत बंद हुंदियां हन। तो बाद असीं घटाओ की गल करते हैं। सो यही एग्जाम्पल ले लो 1/2 - 0। हुण 1/2 - 0 करूंगे तो आंसर 1/2 ही आऊगा। इट मीनस एक परमेय संख्या है।
इसी तरीके ना 1/2 माइनस 3/2 करूंगे तो इस विच एलसीएम कितना आ गया 2, ऊपर 1 माइनस 3 बराबर -2/2 तो कट के आंसर आ गया -1। -1 भी एक परमेज संख्या है। इसका मतलब परमेज संख्यावां घटाओ दे अंतर्गत बंद हुंदियां हन। दो परमेय संख्यावां दी गुणा करके देखते हैं। मान लो 1/2 गुणा 0 तो यदा आंसर की आ 0 आऊगा। सो 0 नूं असीं 0/1 मीनस P/Q फॉर्म दे विच लिख सकते हैं। इस तो मतलब एक परमेय संख्या है। इस तरीके नाल अगर असीं 1/2 गुणा 3/2 ये करते हैं 1 गुणा 3/2 गुणा 2 1 गुणा 3 कितना आ गया 3, 2 गुणा 2 बराबर 4। सो ये भी P/Q फॉर्म दे विच लिख सकते हैं और ये भी एक परमेय संख्या है। इसका मतलब परमेय संख्यावां गुणा दे अंतर्गत बंद हुंदियां हन। ठीक है। इस तरीके नाल बच्चे हुण असीं भाग वाल भी देखते हैं। हुण 1/2 भाग 0 पहला इस भाग के निशान नूं गुणा विच बदल लिया। सो गुणा विच बदलना की होना इसका हर गुण इस भाग के निशान तो बाद 1 ऊपर चला गया 0 नीचे आ गया। ठीक। सो 1 गुणा 1 आंसर 1 आया। 2 गुणा 0 ਇਹਦਾ आंसर की आ जाऊगा 0। इट मीनस 1/0। हुण इसनूं तां भाग कीता नहीं जा सकता। ये की बन गया अनंत। ठीक है। सो इत्थे इनफिनिटी जां अनंत संख्या मतलब इनू भाग नहीं किया जा सकता। इस करके असीं कह सकते हैं कि परमेय संख्यावां भाग दे अंतर्गत बंद नहीं हुंदियां हन। ठीक है। इत्थे फर्क आ गया। मीनस दो परमेय संख्यावां दी अगर तुसी भाग करते हैं तो वह हमेशा परमेय संख्या नहीं मिलेगी। ये वाली एग्जाम्पल लैने हैं। सो 1/2 भाग 3/2 सब तो पहला असीं की करांगे 1/2 गुणा इनू भाग नूं 2 गुणा दे विच बदल लिया। भाग तो निशान तो बाद जो संख्या है उसका हर ऊपर चला गया और अंश थल्ले आ गया। 2 ना 2 कट रहा है। ये आंसर कितना आ गया 1/3 जो कि एक परमेय संख्या है। इट मीनस परमेय संख्यावां नूं भाग करन ते हमेशा परमेय संख्या नहीं मिलती। देखो इस केस दे विच 1/0 जदों असीं भाग कीता तां आंसर की आया अनंत। ठीक है। मतलब भाग नहीं किया जा सकता। पर जे असीं ये एग्जाम्पल लैने आ इस एग्जाम्पल दे विच 1/2 गुणा 2/3 2 ना 2 कट गए तो आंसर कितना 1/3 आ रहा। तो एक परमेय संख्या है। इट मीनस परमेय संख्यावां भाग दे अंतर्गत बंद नहीं हुंदियां हन। इट मीनस तुहानूं हमेशा परमेय संख्या नहीं मिलेगी। बट जोड़ दे विच जदों दो परमेय संख्यावां दा जोड़ करते हैं तो तुहानूं हमेशा परमेय संख्या मिलती। इस तरीके नाल परमेय संख्या की घटाओ करते हैं तो हमेशा परमेय संख्या मिलती है। परमेय संख्या की गुणा करते हैं तो हमेशा परमेय संख्या मिलेगी। पर जदों असीं दो रैशनल नंबर्स की डिवीजन करते हैं दैन यू विल नॉट गेट रैशनल नंबर अगेन। नैक्सट टॉपिक इज परमेय संख्यावां दा क्रम वटांदरा गुण मीनस कम्यूटेटिव प्रॉपर्टी। इसनूं समझण लई असीं एक एग्जाम्पल लैने। मान लो तुहाडे कोई एक संख्या है 3 ते दूसरी है 2। ठीक है। सो 3 जमा 2 जनरली कॉम्यूटेटिव प्रॉपर्टी नूं शो करन लई असीं हमेशा दो संख्यावां दी वरतों करते हैं। ठीक है। सो 3 जमा 2 का आंसर कितना आ गया 5। ठीक है। पर की बच्चों जे मैं 2 नूं 3 विच ऐड कर दिंदा तां भी आंसर कितना आना सी 5 ही आना सी। ठीक है। इट मीनस अगर असीं संख्यावां दा वटांदरा कर दईए मीनस बी नूं अगे लै जाइए और ए नूं पिछे लै जाइए पर साइन उत्थे ही रखीए तां जेकर आंसर बराबर होवे तां उसनूं असीं
ਕਮਿਊਟੇਟਿਵ ਪ੍ਰੋਪਰਟੀ ਆਖਦੇ ਹਾਂ। ਸੋ ਆਓ ਸਭ ਤੋਂ ਪਹਿਲਾਂ ਅਸੀਂ ਪ੍ਰਮੇਯ ਸੰਖਿਆਵਾਂ ਦੇ ਜੋੜ ਦਾ ਕਰਮਵਾਰ ਵਟਾਂਦਰਾ ਗੁਣ ਬਾਰੇ ਪੜ੍ਹੀਏ। ਇਸ ਵਿੱਚ ਅਸੀਂ ਐਗਜ਼ਾਮਪਲ ਲਈਏ 1/2 + 3/2। ਜਦੋਂ ਤੁਸੀਂ ਇਹਨੂੰ ਜੋੜ ਕਰੋਗੇ ਤਾਂ ਇੱਥੇ ਐਲਸੀਅਮ 2 ਹੀ ਆਏਗਾ, ਠੀਕ ਹੈ। ਸੋ ਉੱਪਰ 1 + 3 ਬਰਾਬਰ ਇਹ ਆ ਗਿਆ 4, 4/2 ਬਰਾਬਰ 2, ਠੀਕ ਹੈ। ਸੋ ਇਸ ਨੂੰ 2/1 ਫਾਰਮ 'ਚ ਅਸੀਂ ਲਿਖ ਸਕਦੇ ਹਾਂ। ਇਸੇ ਤਰੀਕੇ ਨਾਲ ਜੇ ਅਸੀਂ ਇਸ 3/2 ਨੂੰ ਸੰਖਿਆ ਨੂੰ ਅੱਗੇ ਲੈ ਆਈਏ ਔਰ ਪਲੱਸ ਦਾ ਨਿਸ਼ਾਨ ਉੱਥੇ ਰਹਿਣ ਦਈਏ ਔਰ 1/2 ਨੂੰ ਪਿੱਛੇ ਲੈ ਜਾਈਏ, ਦੇਖਦੇ ਹਾਂ ਤਾਂ ਵੀ ਆਨਸਰ ਸੇਮ ਆਏਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪ੍ਰਮੇਯ ਸੰਖਿਆਵਾਂ ਜੋੜ ਦੇ ਲਈ ਕਰਮਵਾਰ ਵਟਾਂਦਰਾ ਯੋਗ ਹੁੰਦੀਆਂ ਹਨ। ਮੀਨਸ ਇਹ ਵੀ ਦੋ ਪ੍ਰਮੇਯ ਸੰਖਿਆਵਾਂ ਲਓ, ਉਹਨਾਂ ਦਾ ਜੋੜ ਕਰਾਂਗੇ ਤਾਂ ਜੋ ਆਨਸਰ ਆਏਗਾ, ਜੇਕਰ ਤੁਸੀਂ ਉਹਨਾਂ ਸੰਖਿਆਵਾਂ ਨੂੰ ਉਹਨਾਂ ਦੀ ਜਗ੍ਹਾ ਬਦਲ ਦਿਓ, ਮੀਨਸ ਅੱਗੇ ਵਾਲੀ ਸੰਖਿਆ ਨੂੰ ਪਿੱਛੇ ਲੈ ਜਾਓ ਔਰ ਪਿੱਛੇ ਵਾਲੀ ਸੰਖਿਆ ਨੂੰ ਅੱਗੇ ਲੈ ਜਾਓ, ਤਾਂ ਫਿਰ ਜੋੜ ਕਰੋਗੇ ਤਾਂ ਆਨਸਰ ਬਰਾਬਰ ਆਊਗਾ। ਮੀਨਸ ਹੇਅਰ a + b = b + a, ਠੀਕ ਹੈ। ਸੋ ਦਿਸ ਇਜ਼ ਕਮਿਊਟੇਟਿਵ ਪ੍ਰੋਪਰਟੀ ਆਫ ਰੈਸ਼ਨਲ ਨੰਬਰਸ ਅੰਡਰ ਐਡੀਸ਼ਨ। ਸੋ ਆਓ ਹੁਣ ਅਸੀਂ ਕਰਮਵਾਰ ਵਟਾਂਦਰਾ ਗੁਣ ਘਟਾਓ ਦੇ ਲਈ ਚੈੱਕ ਕਰਦੇ ਹਾਂ। ਮੰਨ ਲਓ ਦੋ ਸੰਖਿਆਵਾਂ, ਇਹੀ ਦੋ ਸੰਖਿਆਵਾਂ ਲੈ ਲਓ। ਸੋ ਇੱਥੇ ਐਲਸੀਅਮ 2 ਲਿਆ, ਉੱਪਰ 1 - 3। ਹੁਣ ਇੱਥੇ ਇੱਕ ਘਟਾਓ ਦੀ ਸੰਖਿਆ, ਦੂਸਰੀ ਪਲੱਸ ਦੀ ਹੈ, ਠੀਕ ਹੈ। ਇਹਨੂੰ ਕਰਨ ਲਈ ਅਸੀਂ ਕੀ ਆ, ਇੱਕ ਸਿੰਪਲ ਜਿਹੀ ਮੈਥਡ ਯੂਜ਼ ਕਰਦੇ ਹਾਂ ਕਿ ਕਿਹੜਾ ਨਿਸ਼ਾਨ ਇੱਥੇ ਕਿਹੜਾ ਆਊਗਾ। ਤੁਸੀਂ ਇਸ ਤਰੀਕੇ ਨਾਲ ਸਰਕਲ ਲਗਾ ਕੇ ਇੱਕ ਪਲੱਸ, ਇੱਕ ਮਾਈਨਸ, ਇੱਕ ਹੋਰ ਮਾਈਨਸ ਦਾ ਨਿਸ਼ਾਨ ਲਗਾ ਲੈਣਾ, ਠੀਕ ਹੈ। ਹੁਣ ਜਦੋਂ ਇੱਥੇ ਆਪਰੇਸ਼ਨ ਇਹ ਅਪਲਾਈ ਕਰਨਾ, ਹੁਣ ਇੱਕ ਪਲੱਸ ਦਾ ਇੱਕ ਮਾਈਨਸ ਦਾ, ਇਟ ਮੀਨਸ ਇਹਨਾਂ ਦੋਨਾਂ ਨੂੰ ਕਵਰ ਕਰ ਲਿਆ। ਨਿਸ਼ਾਨ ਕਿਹੜਾ ਬਚਿਆ, ਮਾਈਨਸ ਦਾ। ਸੋ ਮਾਈਨਸ, ਇਹਦਾ ਮਤਲਬ ਇੱਥੇ ਮਾਈਨਸ ਹੋਣੀ ਆ। 3 ਵਿੱਚੋਂ 1 ਮਾਈਨਸ ਕਰੋਗੇ ਤਾਂ ਆਨਸਰ 2 ਆਏਗਾ ਔਰ ਇੱਥੇ ਨਿਸ਼ਾਨ ਕਿਹੜਾ ਲੈਣਾ, ਜੋ ਸੰਖਿਆ ਵੱਡੀ ਹੋਏਗੀ ਉਸ ਵੱਡੀ ਸੰਖਿਆ ਦਾ ਨਿਸ਼ਾਨ ਜੋ ਹੈ ਉਹ ਤੁਸੀਂ ਨਾਲ ਲਗਾ ਦੇਣਾ। तो ਇਹ ਆ ਗਿਆ -2/2, ਠੀਕ ਹੈ। -2 तो ਥੱਲੇ ਕੀ ਆ 2, तो ਇਹ 2 ਨਾਲ 2 ਕੱਟ ਰਿਹਾ, ਇਟ ਮੀਨਸ ਇੱਥੇ ਆਨਸਰ ਆ ਗਿਆ -1, ਠੀਕ ਹੈ। ਇਸ ਤਰੀਕੇ ਨਾਲ ਹੁਣ ਅਸੀਂ 3/2 ਨੂੰ ਅੱਗੇ ਲੈ ਜਾਂਦੇ ਆ, ਮਾਈਨਸ ਦਾ ਨਿਸ਼ਾਨ ਉੱਥੇ ਰਹੇਗਾ, तो 1/2 ਜਿਹੜਾ ਆ ਉਹ ਪਿੱਛੇ ਚਲੇ ਜਾਏਗਾ, ਠੀਕ। ਸੋ ਇੱਥੇ ਐਲਸੀਅਮ 2, ਉੱਪਰ 3, 3 - 1, ਠੀਕ ਹੈ। ਹੁਣ ਇੱਥੇ ਵੀ ਦੇਖੋ ਇੱਕ ਜਮਾ ਦਾ ਨਿਸ਼ਾਨ ਆ, ਜਮਾ ਦੇ 3 ਆ, ਘਟਾਓ ਦੇ 1 ਆ, तो ਇਹਨਾਂ ਦੋਨਾਂ ਨੂੰ ਕਵਰ ਕਰ ਲਿਆ, ਬਚਿਆ ਮਾਈਨਸ ਦਾ ਨਿਸ਼ਾਨ। ਸੋ ਇਸ ਕਰਕੇ ਇੱਥੇ ਕੀ ਆ, ਅਸੀਂ 3 - 1, ਇਹ ਕੀ ਆ ਗਿਆ 2, ਤੇ ਨਿਸ਼ਾਨ ਕਿਹੜਾ ਆਊਗਾ, ਜੋ ਵੱਡੀ ਸੰਖਿਆ ਉਹ ਕੀ ਆ, ਜਮਾ ਦੀ, ਇਸ ਕਰਕੇ ਇੱਥੇ ਪਲੱਸ ਦਾ ਨਿਸ਼ਾਨ ਆ ਗਿਆ। ਸੋ 2/2 ਕਿੰਨਾ ਆਨਸਰ ਆਇਆ 1। तो है तो ये भी परमेय संख्या, पर दोनों का आंसर जो है वो बराबर नहीं है दोनों परमेय संख्या पर दोनों बराबर नहीं है। इस करके असी इत्थे की कहोगे, परमेय संख्यावां दे लई घटाओ करम वटांदरा योग नहीं है। इट मीन्स a - b is not equal to b - a। सो आओ हुण असी जानिए कि किसी भी दो परमेय संख्यावां लई गुणा की वो गुणा दे अंतर्गत करम वटांदरा योगता शो करदियां हन जां नहीं। तो उस दे लई असी फिर यही एग्जाम्पल ले लेने 1/2 गुणा 3/2, ठीक है। जो इन्हां दोनों की गुणा करोगे 1 × 3/2 × 2, 1 × 3 कितना आ गया 3, 2 × 2 बराबर 4, तो यह आंसर आ गया 3/4, जो एक परमेय संख्या है। जेकर असी इन्हां दा क्रम चेंज कर देने, मीनस 3/2 गुणा 1/2, तो यह आंसर 3 × 1/2 × 2, ठीक है, मीनस 3/4 ही आएगा। इट मीनस परमेय संख्यावां दे लई गुणन करम वटांदरा योग ਹੁੰਦੀਆਂ ਹਨ, ठीक है। इसी तरीके ਨਾਲ ਤੁਸੀਂ ਹੋਰ ਵੀ ਕੋਈ ਵੀ ਐਗਜ਼ਾਮਪਲ ਲੈ ਸਕਦੇ ਆ। ਮੰਨ ਲਓ 1/4 ਗੁਣਾ 2/3, तो 1 × 2 बराबर 2 बटा 4 × 3 बराबर 12, ठीक है, मतलब 1/6। इसी तरीके ਨਾਲ 2/3 गुणा 1/4 मीनस ਇਹਨਾਂ ਦਾ ਵਟਾਂਦਰਾ ਕਰਤਾ, ठीक है।
ਸੋ 2 ਗੁਣਾ 1 2, 3 ਗੁਣਾ 4 ਇਹ ਕਿੰਨਾ ਆ ਗਿਆ 12। तो ਇਹਦਾ ਆਨਸਰ ਵੀ ਸੇਮ ਆ ਰਿਹਾ। ਠੀਕ, ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪਰਮੇय ਸੰਖਿਆਵਾਂ ਦੇ ਲਈ ਗੁਣਨ, ਕਰਮ, ਵਟਾਂਦਰਾ ਯੋਗ ਹੁੰਦੀਆਂ ਹਨ। ਉਸ ਤੋਂ ਬਾਅਦ ਵਿੱਚ ਹੈ ਭਾਗ ਦੇ ਲਈ। ਮੰਨ ਲਓ 1/2 ਭਾਗ 3/2। तो ਇਸ ਨੂੰ ਕੀ ਆ, ਸਭ ਤੋਂ ਪਹਿਲਾਂ ਭਾਗ ਦਾ ਨਿਸ਼ਾਨ ਗੁਣਾ ਵਿੱਚ ਬਦਲਾਂਗੇ। ਜਦੋਂ ਇਹ ਗੁਣਾ ਵਿੱਚ ਬਦਲ ਗਿਆ ਆ 2 ਉੱਪਰ ਚਲੇ ਜਾਣੇ ਔਰ 3 ਥੱਲੇ ਆ ਜਾਣੇ। ਠੀਕ ਹੈ, ਸੋ 2 ਨਾਲ 2 ਕੱਟ ਰਿਹਾ, ਇੱਥੇ ਆਨਸਰ ਕਿੰਨਾ ਆ ਗਿਆ 1/3। ਪਰ ਜੇਕਰ ਤੁਸੀਂ ਇਸ ਦਾ ਕਰਮ ਚੇਂਜ ਕਰ ਦਿੰਨੇ ਆ 3/2 ਭਾਗ 1/2 ਮੀਨਸ 3/2 ਇਹ ਫੇਰ ਚੇਂਜ ਹੋ ਗਿਆ ਸਾਈਨ, तो गुणा ਵਿੱਚ ਬਦਲ ਗਿਆ। ਉਸ ਤੋਂ ਬਾਅਦ 2 ਉੱਪਰ ਚਲੇ ਗਏ 1 ਥੱਲੇ ਆ ਗਿਆ। ਹੁਣ ਇਹ 2 ਨਾਲ 2 ਕੱਟ ਰਿਹਾ, ਸੋ ਇੱਥੇ ਆਨਸਰ ਆ ਰਿਹਾ 3/1 ਹੈ। ਇਹ ਦੋਨੋਂ ਪਰਮੇय ਸੰਖਿਆਵਾਂ ਪਰ ਦੋਨੋਂ ਬਰਾਬਰ ਨਹੀਂ ਹਨ। ਇਸ ਦਾ ਮਤਲਬ ਪਰਮੇय ਸੰਖਿਆਵਾਂ ਦੇ ਲਈ ਭਾਗ, ਕਰਮ, ਵਟਾਂਦਰਾ ਯੋਗ नहीं ਹੁੰਦੀਆਂ। ਇਟ ਮੀਨਸ a ਨੂੰ ਅਗਰ ਤੁਸੀਂ b ਨਾਲ ਭਾਗ ਕਰੋਗੇ ਤੇ b ਨੂੰ a ਨਾਲ ਭਾਗ ਕਰੋਗੇ ਉਹ ਕਦੇ ਵੀ ਬਰਾਬਰ ਨਹੀਂ ਆਊਗਾ। ਗੁਣਾ ਦੇ ਵਿੱਚ ਕੀ ਆ, ਅਗਰ a ਨੂੰ ਗੁਣਾ b ਨਾਲ ਕਰਦੇ ਆ ਤੇ b ਨੂੰ a ਨਾਲ ਗੁਣਾ ਕਰਦੇ ਆ ਤਾਂ ਉਹ ਆਨਸਰ ਸੇਮ ਆਏਗਾ। ਠੀਕ, ਸੋ ਅਸੀਂ ਪढ़ ਲਿਆ ਕਿ अगर a जमा b कर दे तो b जमा a कर दे तो आंसर सेम आंदा, पर a माइनस b ते जे उन्हां दा करम चेंज कर दिए b माइनस a कर दिए तो आंसर बराबर नहीं आंदा। इत्थे -1 आंसर आया सी, इत्थे 1 आंसर आया सी। इस तरीके नाल गुणा दे केस दे विच परमेय संख्यावां गुणन, करम, वटांदरा योग हुंदियां हन। भाग दे केस दे विच परमेय संख्यावां भाग, करम, वटांदरा योग नहीं हुंदियां। मीनस a ਨੂੰ अगर b ਨਾਲ ਭਾਗ ਕਰਦੇ ਆ ਤੇ b ਨੂੰ a ਨਾਲ ਭਾਗ ਕਰਦੇ ਤਾਂ ਫਿਰ ਆਨਸਰ ਬਰਾਬਰ ਨਹੀਂ ਆਉਂਦਾ। ਜਿਵੇਂ ਕਿ ਇੱਥੇ ਪਹਿਲੇ ਕੇਸ ਦੇ ਵਿੱਚ 1/3 ਤੇ ਦੂਸਰੇ ਦੇ ਕੇਸ ਦੇ ਵਿੱਚ 3/1 ਆਨਸਰ ਆ ਰਿਹਾ। ਨੈਕਸਟ ਇਜ਼ ਸਹਿਚਾਰਤਾ ਗੁਣ ਮੀਨਸ ਐਸੋਸੀਏਟਿਵ ਪ੍ਰੋਪਰਟੀ। ਟੂ ਅੰਡਰਸਟੈਂਡ ਦਿਸ ਲੈਟ ਅਸ ਟੇਕ ਐਨ ਐਗਜ਼ਾਮਪਲ। ਮੰਨ ਲਓ ਸਾਡੇ ਕੋਲ ਇੱਕ ਸੰਖਿਆ ਹੈ 2, ਦੂਸਰੀ ਸੰਖਿਆ ਹੈ 3 ਤੇ ਤੀਸਰੀ ਸੰਖਿਆ ਹੈ 4। तो ਅਸੀਂ 2 ਅਤੇ 3 ਨੂੰ ਬ੍ਰੈਕਟ ਵਿੱਚ ਲਿਖ ਲਿਆ। ਹੁਣ ਜਦੋਂ ਅਸੀਂ ਇਹਨੂੰ ਬ੍ਰੈਕਟ 'ਚ ਲਿਖਾਂਗੇ ਇਟ ਮੀਨਸ ਬ੍ਰੈਕਟ ਪਹਿਲਾ ਹੱਲ ਹੁੰਦੀ ਆ ਅਕੋਰਡਿੰਗ ਟੂ ਬੋਰਡ ਮਾਸ। ठीक है, सो इत्थे 2 जमा 3 ये क्या आ जाना 5 ते नाल की आ वाला जमा का निशान इत्थे आएगा और 4 इत्थे चले जाएगा। इट मीनस ये आ गया 5 जमा 4 बराबर 9 आंसर। ठीक है, तो इस तरीके नाल जे असी इनू दोबारा लिख लो 2 जमा 3 जमा 4। हुण असी ब्रैकेट लगाई 3 ते 4 विच, क्योंकि बोर्ड मास के अकॉर्डिंगली असी सब तो पहला ब्रैकेट हल करते हैं। तो 3 जमा 4 असी पहला करांगे, तो ये कितना आ गया 7 ते जमा का निशान ये वाला जमा का निशान इत्थे आ जाएगा। आ 2 नूं असी अगे लिख लेना। सो 2 जमा 7 ये भी कितना आंसर आ रहा 9। इट मीनस इत्थे आंसर दोनों के केस दे विच बराबर आ रहे। ठीक है, सो असी की कीता पहला 2 नूं असी ए संख्या मान लो, 3 नूं b मान लो ते 4 नूं c मान लो। ठीक है, सब तो पहला असी कीता a जमा b ते उहदे विच c नूं जोड़ दिता। दूसरे केस दे विच अगेन 2 a आ 3 b आ ते 4 c आ। पहला असी b ते c नूं जोड़ लिया, फिर उहदे विच a ऐड करता ते दोनों केस दे विच आंसर जो है वो बराबर आ रहा। मीनस a प्लस b ब्रैकेट प्लस c इक्वल टू a प्लस b प्लस c। ठीक है, सो ये हो गया सहचारता गुण, मतलब कि एसोसीएशन कि असी पहला दो संख्यावां नूं एसोसीएट करता, उस तो बाद उस विच तीसरी संख्या जोड़ दी। ठीक है, और एक गल दा ध्यान रखना, जो असी करम वटांदरा गुण विच पढ़ के आए हैं, करम वटांदरा गुण दे विच असी 2 संख्यावां लईआं सी। ठीक है, ते सहचारता गुण दे विच सहचारता गुण दे विच 3 संख्यावां आणगियां। ठीक है, इत्थे 3 संख्यावां आणगियां, ये गुण लगेगा। ठीक है, इस गल का ध्यान रखना कि करम वटांदरा गुण विच 2 संख्यावां ते सहचारता गुण विच हमेशा 3 संख्यावां हुंदियां हन। ठीक,
ਜਨਰਲੀ ਇਸ ਟੌਪਿਕ ਦੇ ਵਿੱਚੋਂ ਤੁਹਾਨੂੰ MCQ ਆਉਂਦਾ ਤਾਂ MCQ ਦੇ ਵਿੱਚ ਇਸੇ ਤਰੀਕੇ ਨਾਲ ਹੀ ਜੇ ਦੋ ਸੰਖਿਆਵਾਂ ਤਾਂ ਤੁਸੀਂ ਸਮਝ ਜਾਣਾ ਕਿ ਉਹ ਕਰਮ ਵਟਾਂਦਰਾ ਗੁਣ ਆ, ਤੇ ਜੇ ਤਿੰਨ ਸੰਖਿਆਵਾਂ ਤਾਂ ਉਹ ਸਹਿਚਾਰਤਾ ਗੁਣ ਹੋਏਗਾ। ਠੀਕ ਹੈ, ਇਹ ਸਭ ਤੋਂ ਸੌਖਾ ਤਰੀਕਾ ਹੁੰਦਾ ਸਮਝਣ ਦਾ। ਸੋ ਆਓ ਪ੍ਰਮੇਯ ਸੰਖਿਆਵਾਂ ਦਾ ਸਹਿਚਾਰਤਾ ਗੁਣ ਪੜ੍ਹਦੇ ਹਾਂ। ਤਾਂ ਉਸ ਦੇ ਲਈ ਅਸੀਂ ਐਗਜ਼ਾਮਪਲ ਲੈ ਲਈ 1/2। ਹੁਣ ਇੰਨੀ ਗੱਲ ਹੁਣ ਤੁਹਾਨੂੰ ਕਲੀਅਰ ਹੈ ਕਿ ਸਹਿਚਾਰਤਾ ਗੁਣ ਨੂੰ ਵੈਰੀਫਾਈ ਕਰਨ ਲਈ ਅਸੀਂ ਤਿੰਨ ਸੰਖਿਆਵਾਂ ਲਵਾਂਗੇ। ਸੋ ਇੱਥੇ ਪ੍ਰਮੇਯ ਸੰਖਿਆਵਾਂ ਤਿੰਨ ਲੈ ਲਈਆਂ, 1/2, 3/2 ਤੇ 5/2। ਠੀਕ ਹੈ, ਸੋ 1/2 ਤੇ 3/2 ਨੂੰ ਅਸੀਂ ਬ੍ਰੈਕਟ ਵਿੱਚ ਲਿਖ ਲੈਂਦੇ ਹਾਂ। ਇਟ ਮੀਨਸ ਇਹਨੂੰ ਅਸੀਂ ਪਹਿਲਾਂ ਹੱਲ ਕਰਾਂਗੇ, ਤਾਂ ਇੱਥੇ ਬ੍ਰੈਕਟ ਵਿੱਚ ਹੀ ਇਹਨੂੰ ਹੱਲ ਕਰ ਲੈਣਾ। ਸੋ 2 ਇਹਦਾ ਐਲਸੀਐਮ ਆ ਗਿਆ, तो 1 + 3 + 5/2। ठीक है, 1 + 3 1 4/2 आ गया, तो 5/2 दोबारा इत्थे लिख लिया। हुण इन्हां दा एलसीएम भी 2 आएगा, तो 4 + 5 = 9/2। तो इहदा आंसर 9/2 आ गया। ठीक है, दूसरी साइड ते असीं की कीता, यही संख्यावां दोबारा ले लियां, पर असीं हुण ब्रैकेट दे विच 3/2 ਤੇ 5/2 ਸੰਖਿਆ ਨੂੰ ਲਿਖ ਲਿਆ। तो ਜਿਹਦੇ ਕਰਕੇ ਇਹਨੂੰ ਪਹਿਲਾਂ ਹੱਲ ਕਰਾਂਗੇ। ਜਦੋਂ ਇਹਨੂੰ ਹੱਲ ਕਰਨਾ ਤਾਂ ਐਲਸੀਐਮ 2 ਆਣਾ, ਇੱਥੇ 3 + 5 ਕਿਉਂਕਿ ਐਲਸੀਐਮ ਸੇਮ ਆ, ਇਸ ਕਰਕੇ ਸਿੱਧਾ ਹੀ। ਪਰ ਜੇ ਮੰਨ ਲਓ ਤੁਹਾਡੇ ਹਰ ਜਿਹੜੇ ਆ ਉਹ ਬਰਾਬਰ ਨਹੀਂ ਹੁੰਦੇ ਤਾਂ ਪਹਿਲਾਂ ਹਰ ਬਰਾਬਰ ਕਰ ਲਈਦੇ ਆ, ਫਿਰ ਇਹਨਾਂ ਦਾ ਜੋੜ ਕਰੀਦਾ। ਠੀਕ ਹੈ, ਸੋ ਇੱਥੇ 3 + 5 ਇਹ ਕਿੰਨਾ ਆ ਗਿਆ 8, 8/2। ਠੀਕ ਹੈ, ਸੋ ਐਲਸੀਐਮ ਇਹ ਸੇਮ ਅਗੇਨ 2, तो ये आंसर आ जाना 1 + 8 9, 9/2। ठीक है, तो दोनों केस दे विच आंसर जो है वो किया सेम आ रहा। ठीक, इसका मतलब प्रमेय संख्यावां जोड़ दे लई सहचर है। ठीक है, मीनस A + B इनू ब्रैकेट च लिखिया, ਉਹਦੇ ਵਿੱਚ C ऐड करता। उस तो बाद जेकर असीं B ਤੇ C ਨੂੰ ਪਹਿਲਾਂ ਜੋੜਦੇ ਆ ਤੇ ਉਹਦੇ ਵਿੱਚ A ਐਡ ਕਰਦੇ ਹਾਂ ਤਾਂ ਦੋਨਾਂ ਦਾ ਆਨਸਰ ਜੋ ਹੈ ਉਹ ਸੇਮ ਆਏਗਾ, ਜੋ ਕਿ ਇਸ ਕੇਸ ਦੇ ਵਿੱਚ 9/2 ਆਇਆ। ਸੋ ਨੈਕਸਟ ਟੌਪਿਕ ਇਜ਼ ਪ੍ਰਮੇਯ ਸੰਖਿਆਵਾਂ ਲਈ ਘਟਾਓ ਸਹਿਚਾਰਤਾ ਗੁਣ। ਆਓ ਚੈੱਕ ਕਰੀਏ। ਇਸ ਲਈ ਅਸੀਂ ਐਗਜ਼ਾਮਪਲ ਲੈ ਲਈ 1/2 - 3/2 - 5/2। ਇਸ ਵਿੱਚ ਅਸੀਂ ਕੀ ਆ ਤਿੰਨ ਸੰਖਿਆਵਾਂ ਲਈਆਂ ਔਰ ਤਿੰਨ ਸੰਖਿਆਵਾਂ ਚ ਦੋ ਸੰਖਿਆਵਾਂ ਤੇ ਬ੍ਰੈਕਟ ਲਗਾਤੀ 3/2 - 5/2। ਹੁਣ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਾਂਗੇ। ਆ ਮਾਈਨਸ ਸਾਈਨ ਇੱਥੇ ਰਹੇਗਾ। ਠੀਕ, ਉਸ ਤੋਂ ਬਾਅਦ ਇਹਦਾ ਐਲਸੀਐਮ ਕਿੰਨਾ ਆ ਗਿਆ 2, तो ਇਹਨੂੰ ਇਸ ਤਰੀਕੇ ਨਾਲ ਲਿਖੂਗੇ 3 - 5। ਠੀਕ ਹੈ, ਹੁਣ ਅਸੀਂ ਜਿਵੇਂ ਕਿ ਪਹਿਲਾਂ ਪੜ੍ਹ ਕੇ ਆਏ ਆ ਕਿ ਜਦੋਂ ਇੱਕ ਪਲੱਸ ਦਾ ਨਿਸ਼ਾਨ ਹੋਵੇ ਇੱਕ ਮਾਈਨਸ ਦਾ, तो ਅਸੀਂ ਉਹਨਾਂ ਦੋਨਾਂ ਨੂੰ ਕਵਰ ਕਰ ਲੈਣਾ। ਉਸ ਤੋਂ ਬਾਅਦ ਬਚਿਆ ਕਿਹੜਾ ਮਾਈਨਸ ਦਾ ਨਿਸ਼ਾਨ। ਸੋ ਇਹਦਾ ਮਤਲਬ ਇੱਥੇ ਘਟਾਓ ਹੋਊਗੀ ਔਰ ਘਟਾਓ ਹੋਊਗੀ 5 ਵਿੱਚੋਂ 3 ਕੱਢੇ 2, ਪਰ ਸਾਈਨ ਜਿਹੜਾ ਆ ਉਹ ਕਿਸ ਦਾ ਰਹੇਗਾ ਵੱਡੀ ਸੰਖਿਆ ਦਾ, ਜੋ ਕਿ ਮਾਈਨਸ ਵਿੱਚ ਹੈ, ਜੋ ਕਿ 5 ਹੈ। तो 5 ਦੇ ਮੋਰੇ ਕੀ ਆ ਗਿਆ ਮਾਈਨਸ, तो ਮਾਈਨਸ ਦਾ ਨਿਸ਼ਾਨ ਇੱਥੇ ਰਹੇਗਾ। ਹੁਣ ਇਹ ਬ੍ਰੈਕਟ ਹੱਲ ਹੋਣੀ ਆ। ਇੱਥੇ ਆ ਮਾਈਨਸ ਮਾਈਨਸ, ਹੁਣ ਦੇਖੋ ਮਾਈਨਸ ਮਾਈਨਸ ਕੀ ਹੋ ਜਾਂਦੇ ਪਲੱਸ। ਠੀਕ ਹੈ, ਪਲੱਸ ਦਾ ਨਿਸ਼ਾਨ ਬਚ ਰਿਹਾ, 2 ਮਾਈਨਸ ਨੂੰ ਅਸੀਂ ਢੱਕ ਲਿਆ ਔਰ ਮਾਈਨਸ ਦਾ ਨਿਸ਼ਾਨ ਬਚ ਰਿਹਾ। तो इट मीन्स ਇੱਥੇ ਮਾਈਨਸ ਮਾਈਨਸ ਪਲੱਸ ਹੋ ਗਏ। ਸੋ ਇਹ ਆਨਸਰ ਕਿੰਨਾ ਆ ਜਾਏਗਾ ਐਲਸੀਐਮ ਇੱਥੇ 2, 1 + 2 = 3, 3/2 ਇਸ ਦਾ ਆਨਸਰ ਆ ਗਿਆ। ਇਸੇ ਤਰੀਕੇ ਨਾਲ ਅਸੀਂ ਹੁਣ ਬ੍ਰੈਕਟ ਪਹਿਲੀਆਂ ਦੋ ਸੰਖਿਆਵਾਂ ਤੇ ਲਗਾਤੀ। ਜਦੋਂ ਇਹਦਾ ਐਲਸੀਐਮ ਲਾਉਂਗੇ ਤਾਂ ਉਹ ਵੀ 2 ਆਊਗਾ, 1 - 3 ਤੇ ਮਾਈਨਸ ਇੱਥੇ 5/2 ਇਸ ਤਰੀਕੇ ਨਾਲ ਲਿਖ ਲਿਆ। ਠੀਕ ਹੈ, ਹੁਣ 3 ਵਿੱਚੋਂ 1 ਕੱਢੇ, ਇੱਥੇ ਜਮਾ ਦੇ 1 ਆ, ਜੋ ਛੋਟੀ ਸੰਖਿਆ 3 ਘਟਾਉਦੇ ਆ, तो माइनस प्लस इसी ढक लिया। निशान किहड़ा बचिया माइनस का, इट मीनस इत्थे माइनस होएगी। सो माइनस होएगी तो तिन्नां विचों एक कड्डे किन्ने आ गए 2। निशान किहड़ा रहना जो बड़ी रकम का, जो कि 3 दे मूहरे माइनस का निशान है। सो माइनस 2/2 ब्रैकेट विच, और इत्थे हुण की हो जाना -2/2 -5/2। एलसीएम कितना आ गया 2, तो ये क्या आ गया -2 -5 माइनस माइनस हूँ की हो गई प्लस। ठीक है, सो प्लस आएगा, माइनस माइनस प्लस होना है, मतलब 2 + 5 ये कितना आ गया 7, 7/2। जो ये दो निशान ते चिन्ह किहड़ा आंदा मीनस निशान किहड़ा आंदा जिहड़ी वड्डी संख्या आउंदी आ, इट मीनस इत्थे माइनस दे 5 तो ये भी निशान माइनस का आ जाना। ठीक, सो -7/2 ते आंसर दोनों बराबर नहीं आ रहे।
ਇਟ ਮੀਨਸ ਪਰਮੇਯ ਸੰਖਿਆਵਾਂ ਲਈ ਘਟਾਓ ਸਹਿਚਰ ਨਹੀਂ ਹੁੰਦਾ। ਠੀਕ ਹੈ ਬੱਚੋ, ਆਓ ਹੁਣ ਇਹ ਗੁਣ ਅਸੀਂ ਗੁਣਾ ਲਈ ਦੇਖਦੇ ਆ। ਤੋ ਜਿਹਦੇ ਲਈ ਅਸੀਂ ਐਗਜ਼ਾਮਪਲ ਲੈ ਲਈ ਸੇਮ, ਤਾਂ ਨਿਸ਼ਾਨ ਜਿਹੜੇ ਆ ਉਹ ਘਟਾਓ ਤੋਂ ਇੱਥੇ ਗੁਣਾ ਵਿੱਚ ਬਦਲ ਦਿੱਤੇ। ਸੋ ਲਾਸਟ ਵਾਲੀਆਂ ਦੋ ਰਕਮਾਂ ਨੂੰ ਬ੍ਰੈਕਟ ਵਿੱਚ ਲਿਖ ਰਿਹਾ, ਇਹਦਾ ਮਤਲਬ ਇਹਨੂੰ ਪਹਿਲਾਂ ਹੱਲ ਕਰਾਂਗੇ। ਜਦੋਂ ਇਹਨੂੰ ਪਹਿਲਾਂ ਹੱਲ ਕਰੋਗੇ 3 ਗੁਣਾ 5 15, 2 ਗੁਣਾ 2 4, ਠੀਕ ਹੈ। ਤੋ ਇਸ ਤੋਂ ਬਾਅਦ 1 ਗੁਣਾ 15 ਬਟਾ 2 ਗੁਣਾ 4, 1 ਗੁਣਾ 15 ਕਿੰਨਾ ਆ ਗਿਆ 15, 2 ਗੁਣਾ 4 8, ਤੋ ਇਹਦਾ ਆਨਸਰ ਆ ਰਿਹਾ 15 ਬਟਾ 8। ਦੂਸਰੇ ਪਾਸੇ ਜੇ ਅਸੀਂ ਪਹਿਲੀਆਂ ਦੋ ਸੰਖਿਆਵਾਂ ਤੇ ਬ੍ਰੈਕਟ ਲਗਾਉਂਦੇ ਆ, ਸੋ 1 ਗੁਣਾ 3 ਬਟਾ 2 ਗੁਣਾ 2, ਇਸ ਤਰੀਕੇ ਨਾਲ 5 ਬਟਾ 2 ਇਹਨੂੰ ਨਾਲ ਲਿਖ ਲਿਆ। 1 ਗੁਣਾ 3 ਇਹ ਕਿੰਨਾ ਆ ਗਿਆ 3 ਬਟਾ 2 ਗੁਣਾ 2 4, ਠੀਕ ਹੈ, ਗੁਣਾ 5 ਬਟਾ 2, 3 ਗੁਣਾ 5 ਇਹ ਕਿੰਨਾ ਆ ਗਿਆ 15 और 4 दूनी 8, ठीक है। सो दोनों केस ਦੇ ਵਿੱਚ ਆਨਸਰ ਜੋ ਹੈ ਉਹ ਸੇਮ ਆ ਰਿਹਾ। ਇਟ ਮੀਨਸ ਪਰਮੇਯ ਸੰਖਿਆਵਾਂ ਲਈ ਗੁਣਾ ਸਹਿਚਰ ਹੁੰਦੀ ਹੈ। ਇਟ ਮੀਨਸ a ਗੁਣਾ ਬ੍ਰੈਕਟ b ਗੁਣਾ c ਬਰਾਬਰ a ਗੁਣਾ b ਬ੍ਰੈਕਟ ਗੁਣਾ c ਬਰਾਬਰ ਹੁੰਦਾ ਹੈ। ਔਰ ਇਹ ਪੇਪਰ ਚ ਆਉਂਦੇ ਆ ਬੱਚੇ ਕੁਐਸਚਨ, ਇਸ ਕਰਕੇ ਧਿਆਨ ਨਾਲ ਕਰਿਓ। ਸੋ ਆਓ ਅਸੀਂ ਸਹਿਚਾਰਤਾ ਗੁਣ ਭਾਗ ਲਈ ਪਤਾ ਕਰਦੇ ਹਾਂ। ਤੋ ਇਹਦੇ ਲਈ ਕੀ ਆ, ਅਸੀਂ ਸੰਖਿਆਵਾਂ ਸੇਮ ਜੋ ਅਸੀਂ ਪਿੱਛੇ ਲੈ ਕੇ ਆਏ ਆ ਔਰ ਨਿਸ਼ਾਨ ਜੋ ਹੈ ਹੁਣ ਇਹਦੇ ਵਿੱਚ ਭਾਗ ਦੇ ਆ ਗਏ। ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਾਂਗੇ। 1/2 ਭਾਗ ਇਹਨੂੰ ਇਸ ਤਰੀਕੇ ਨਾਲ ਲਿਖ ਲਓ, ਇਸ ਨੂੰ 3/2। ਹੁਣ ਭਾਗ ਦਾ ਨਿਸ਼ਾਨ ਗੁਣਾ ਵਿੱਚ ਬਦਲ ਦਿਓ ਤੇ ਉਸ ਤੋਂ ਬਾਅਦ ਅਗਲੀ ਸੰਖਿਆ ਦਾ ਹਰ ਉਹਨੂੰ ਉੱਪਰ ਲੈ ਜਾਣਾ ਔਰ ਅੰਸ਼ ਨੂੰ ਨੀਚੇ ਲੈ ਜਾਣਾ, ਠੀਕ ਹੈ। ਸੋ ਇਥੋਂ ਇਸ ਤੋਂ ਬਾਅਦ ਇਹਦਾ ਆਨਸਰ ਕਿੰਨਾ ਆਇਆ 2 ਗੁਣਾ 3, 3 ਗੁਣਾ 2 6, 2 ਗੁਣਾ 5 10, ਠੀਕ ਹੈ। ਇਸ ਤੋਂ ਬਾਅਦ ਹੁਣ ਇਸ ਭਾਗ ਨੂੰ ਤੁਸੀਂ ਗੁਣਾ ਵਿੱਚ ਬਦਲੋਗੇ, ਇਹ 10 ਉੱਪਰ ਚਲ ਜਾਊਗਾ 6 ਨੀਚੇ ਆ ਜਾਊਗਾ, ਠੀਕ ਹੈ। 1 ਗੁਣਾ 10 ਬਰਾਬਰ 10, 2 ਗੁਣਾ 6 12, तो ये आंसर आ गया 10/12। दूसरे पासे जेकर ਅਸੀਂ ਬ੍ਰੈਕਟ ਪਹਿਲੀਆਂ ਦੋ ਸੰਖਿਆਵਾਂ ਚ ਲਗਾਉਂਦੇ ਆ, ਸੋ 1/2 ਗੁਣਾ ਇਸ ਨਿਸ਼ਾਨ ਨੂੰ ਗੁਣਾ ਚ ਬਦਲ ਦਿੱਤਾ, ਹਰ ਜੋ ਹੈ ਉੱਪਰ ਚਲਾ ਗਿਆ, ਅੰਸ਼ ਨੀਚੇ ਚਲਾ ਗਿਆ ਤੇ ਇਸ ਨੂੰ ਇਸ ਸੰਖਿਆ ਨੂੰ ਅਸੀਂ ਐਜ਼ ਇਟ ਇਜ਼ ਲਿਖ ਦਿੱਤਾ। 1 ਗੁਣਾ 2 ਬਰਾਬਰ ਹੈ 2 ਬਟਾ 2 ਗੁਣਾ 3 6 ਭਾਗ 5/2, ਠੀਕ। ਸੋ 2/6 ਹੁਣ ਇਹਨੂੰ ਗੁਣਾ ਵਿੱਚ ਬਦਲ ਦਿਓ ਨਿਸ਼ਾਨ ਨੂੰ। ਜਦੋਂ ਗੁਣਾ ਵਿੱਚ ਬਦਲੂਗੇ ਤਾਂ ਇਹ ਸੰਖਿਆ ਦਾ ਅੰਸ਼ ਨੀਚੇ ਚਲੇ ਜਾਣਾ, ਹਰ ਉੱਪਰ ਚਲੇ ਜਾਣਾ। 2 ਗੁਣਾ 2 4 ਬਟਾ 6 5 30, ਠੀਕ ਹੈ। ਸੋ ਇਹਨੂੰ ਕੱਟਣਾ ਵੀ ਆ ਤਾਂ ਆ 2/15 ਆਨਸਰ ਆ ਰਿਹਾ, ਕਿਉਂਕਿ 2 ਤੇ ਕੱਟ ਰਿਹਾ, ਕਿਉਂਕਿ 4 ਨੂੰ ਅਸੀਂ ਲਿਖ ਸਕਦੇ 2 ਗੁਣਾ 2 ਤੇ 30 ਨੂੰ 15 ਗੁਣਾ 2, 2 ਨਾਲ 2 ਕੱਟ ਰਿਹਾ ਤਾਂ 2/15 ਆ ਰਿਹਾ। ਇੱਥੇ 5 ਦੂਣੀ 10, 6 ਦੂਣੀ 12, ਇਹ ਕੱਟ ਕੇ ਇਹਦਾ ਕਿੰਨਾ ਆ ਜਾਣਾ 5/6, ਜੋ ਕਿ ਬਰਾਬਰ ਨਹੀਂ ਆ ਰਿਹਾ। ਇਟ ਮੀਨਸ ਪਰਮੇਯ ਸੰਖਿਆਵਾਂ ਲਈ ਭਾਗ ਸਹਿਚਰ ਨਹੀਂ ਹੁੰਦੀ, ਸਹਿਚਰ ਨਹੀਂ ਹੁੰਦੀ ਹੈ। ਤੋ ਇਹ ਸੀਗਾ ਸਹਿਚਾਰਤਾ ਗੁਣ। ਸੋ ਇਸ ਤੋਂ ਬਾਅਦ ਅਸੀਂ ਹੁਣ ਇਸ ਟੌਪਿਕ ਦੇ ਨਾਲ ਰਿਲੇਟਡ ਕੁਝ ਕੁਐਸਚਨ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਜੋ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ ਇਹ ਕੀ ਆ, ਇਹਦੇ ਵਿੱਚ ਦੇਖੋ ਪਹਿਲਾਂ ਤੇ 3 ਸੰਖਿਆਵਾਂ ਆ। ਇਟ ਮੀਨਸ ਤੁਹਾਡੇ ਦਿਮਾਗ 'ਚ ਇਹ ਗੱਲ ਆ ਜਾਣੀ ਚਾਹੀਦੀ ਹੈ ਇਹਦੇ ਵਿੱਚ ਇਹ ਸਹਿਚਾਰਤਾ ਗੁਣ ਹੋਣਾ, ਪਰ ਕਿਹੜਾ ਸਹਿਚਾਰਤਾ ਗੁਣ ਹੈ, ਗੁਣਾ ਦਾ, ਭਾਗ ਦਾ, ਘਟਾਓ ਦਾ ਜਾਂ ਜਮਾ ਦਾ, ਤਾਂ ਉਹ ਤੁਸੀਂ ਹੁਣ ਦੇਖ ਕੇ ਦੱਸਣਾ। ਦੇਖੋ ਸਭ ਤੋਂ ਪਹਿਲਾਂ 2/3 ਜਮਾ 3/5 ਜਮਾ 1/2, 2/3 ਜਮਾ 3/4 ਜਮਾ 1/2, ਇਹ ਬ੍ਰੈਕਟ 'ਚ ਲਿਖਿਆ, ਇਧਰੋਂ ਇਹ ਵਾਲੀ ਬ੍ਰੈਕਟ 'ਚ ਲਿਖਿਆ, ਠੀਕ ਹੈ। ਸੋ a + b + c = a + b + c ਨੂੰ ਅਸੀਂ ਬ੍ਰੈਕਟ ਵਿੱਚ ਲਿਖਣਾ, ਠੀਕ ਹੈ। ਸੋ ਇਹ ਗੁਣ ਬਣਦਾ ਪਿਆ। ਤਾਂ ਇਟ ਮੀਨਸ ਇਹਦੇ ਵਿੱਚ ਇਹ ਕਿਹੜਾ ਗੁਣ ਹੋ ਗਿਆ, ਦੇਖੋ ਆਪਸ਼ਨ ਕਿਹੜੇ ਆ, ਪਰਮੇਯ ਸੰਖਿਆਵਾਂ ਲਈ ਜੋੜ ਕਰਮਵਾਰ ਵਟਾਂਦਰਾ ਯੋਗ, ਪਰਮੇਯ ਸੰਖਿਆਵਾਂ ਲਈ ਜੋੜ ਸਹਿਚਰ ਗੁਣ, ਪਰਮੇਯ ਸੰਖਿਆਵਾਂ ਲਈ ਜੋੜ ਦੇ ਅੰਤਰਗਤ ਬੰਦ ਹੁੰਦੀਆਂ ਹਨ, ਪਰਮੇਯ ਸੰਖਿਆ ਘਟਾਓ ਦੇ ਅੰਤਰਗਤ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ, ਠੀਕ ਹੈ। ਸੋ ਇਹਦਾ ਆਨਸਰ ਕੀ ਆਊਗਾ
ਕਿਉਂਕਿ ਇਹ ਸਹਿਚਾਰਤਾ ਗੁਣ ਹੈ ਔਰ ਜੋੜ ਦਾ ਨਿਸ਼ਾਨ ਹੈ, ਇਹਦਾ ਮਤਲਬ ਪ੍ਰਮੇਯ ਸੰਖਿਆਵਾਂ ਲਈ ਜੋੜ ਸਹਿਚਰ ਹੈ। तो B इज द राइट आंसर ऑफ दिस क्वेश्चन। ठीक है, ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇ ਵਿੱਚ ਹੁਣ ਦੇਖੋ ਇੱਥੇ ਬਰਾਬਰ ਦਾ ਨਿਸ਼ਾਨ ਹੈ, ਉਸ ਤੋਂ ਪਹਿਲਾਂ ਦੋ ਸੰਖਿਆਵਾਂ, ਇੱਧਰ ਵੀ ਦੋ ਸੰਖਿਆਵਾਂ, ਇਹਦਾ ਮਤਲਬ ਇਹ ਕੀ ਆ, ਕਰਮ ਵਟਾਂਦਰਾ ਗੁਣ ਆ ਗਿਆ। ਠੀਕ ਹੈ, ਕਿਹੜਾ ਕਰਮ ਵਟਾਂਦਰਾ ਗੁਣ ਆ, ਜੋੜ। ਠੀਕ, ਤੇ ਇਹਦਾ ਮਤਲਬ ਇਹਦਾ ਆਨਸਰ ਕੀ ਆਊਗਾ, ਤੁਸੀਂ ਹੁਣ ਦੇਖੋ ਜ਼ਿਆਦਾ ਆਪਸ਼ਨ ਦੇਖਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ, ਤੁਸੀਂ ਅਗਰ ਦੋ ਚੀਜ਼ਾਂ ਸਮਝ ਗਏ ਕਿ ਪਹਿਲੇ ਵਿੱਚ ਤਿੰਨ ਸੰਖਿਆਵਾਂ ਤੇ ਸਹਿਚਾਰਤਾ ਗੁਣ ਤੇ ਦੂਸਰੇ ਜੇ ਦੋ ਸੰਖਿਆਵਾਂ ਆ ਤੇ ਫਿਰ ਉਹ ਕੀ ਆ, ਕਰਮ ਵਟਾਂਦਰਾ ਯੋਗ ਹਨ, ਜੋੜ ਦੇ ਅੰਤਰਗਤ ਬੰਦ ਹੁੰਦੀਆਂ ਹਨ। ਦੂਸਰੀ ਆਪਸ਼ਨ ਹੈ ਪ੍ਰਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਸਹਿਚਰ ਹਨ, ਪ੍ਰਮੇਯ ਸੰਖਿਆਵਾਂ ਜੋੜ ਦੇ ਲਈ ਅੰਤਰਗਤ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ। ਠੀਕ ਹੈ, ਸੋ ਇਸ ਦਾ ਆਨਸਰ ਕੀ ਆਏਗਾ, ਪ੍ਰਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ। ਠੀਕ ਹੈ, ਸੋ C ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ। ਤੁਸੀਂ ਇਹਨੂੰ ਸੋਲਵ ਵੀ ਕਰ ਸਕਦੇ ਹੋ, ਸੋਲਵ ਕਰਨ ਲਈ ਕੀ ਆ, 2/5 ਜਮਾ 3/7 ਹੈ। तो ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਹਰ ਬਰਾਬਰ ਨਹੀਂ ਹੈਗੇ ਤਾਂ ਹਰ ਬਰਾਬਰ ਕਰਨੇ ਪੈਣੇ ਆ। तो ਉਹਦੇ ਲਈ ਕੀ ਆ, ਅਸੀਂ 2/5 ਨੂੰ 7 ਨਾਲ ਇਹਦੇ ਹਰ ਨਾਲ ਉੱਪਰ ਥੱਲੇ ਗੁਣਾ ਕਰ ਲਓ। ਇਦਾਂ ਹੀ ਇਸ ਸੰਖਿਆ ਦੇ ਹਰ ਨੂੰ ਇਹ ਸੰਖਿਆ ਦੇ ਨਾਲ ਉੱਪਰ ਥੱਲੇ ਗੁਣਾ ਕਰ ਲੈਣੀ। ਠੀਕ ਹੈ, तो ਇਹ ਕਿੰਨਾ ਆ ਗਿਆ, 7 ਦੂਣੀ 14, 7 ਪੰਜਾ 35 ਜਮਾ 3 5 15/35। ਠੀਕ ਹੈ, ਸੋ 35 ਇੱਥੇ ਐਲਸੀਐਮ ਆ ਗਿਆ, ਜਾਂ ਤੁਸੀਂ ਕਹਿ ਸਕਦੇ ਕਿ ਦੋਨਾਂ ਦੇ ਬਰਾਬਰ ਆ ਰਿਹਾ, ਇਹਦਾ ਮਤਲਬ ਇੱਕ ਵਾਰ ਲਿਖ ਲਓ। ਠੀਕ ਹੈ, तो 14 ਜਮਾ 15 ਬਰਾਬਰ 29/35। ਠੀਕ, ਇਸ ਨੂੰ ਤੁਸੀਂ ਐਲਸੀਐਮ ਲੈ ਕੇ ਵੀ ਸੋਲਵ ਕਰ ਸਕਦੇ ਆ, ਪਰ ਚਲੋ ਅਸੀਂ ਇੱਥੇ ਹੁਣ ਇਸ ਤਰੀਕੇ ਨਾਲ ਹੀ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਇਸ ਕੇਸ ਦੇ ਵਿੱਚ 3/7 ਇਹਨੂੰ 5 ਨਾਲ ਉੱਪਰ ਥੱਲੇ ਗੁਣਾ ਕਰਾਂਗੇ, ਇਹਨੂੰ 7 ਨਾਲ ਉੱਪਰ ਥੱਲੇ ਗੁਣਾ ਕਰਾਂਗੇ। ਸੋ ਇਹ ਕਿੰਨਾ ਆ ਗਿਆ, 15/35 ਜਮਾ 14/35। ਮੀਨਸ ਜਦੋਂ ਅਸੀਂ ਉਹਨਾਂ ਦਾ ਕਰਮ ਚੇਂਜ ਕਰ ਦਿੱਤਾ ਤਾਂ ਵੀ ਆਨਸਰ ਜਿਹੜਾ ਆ ਉਹ ਕੀ 29/35 ਆ ਰਿਹਾ। ਇਟ ਮੀਨਸ ਇਹਦਾ ਆਨਸਰ ਕੀ ਹੋ ਗਿਆ, ਪ੍ਰਮੇਯ ਸੰਖਿਆ ਜੋੜ ਅੰਤਰਗਤ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ। ਠੀਕ ਹੈ, ਸੋ C ਇਜ਼ ਦਾ ਆਨਸਰ ਆਫ ਦਿਸ ਕੁਐਸਚਨ। ਉਸ ਤੋਂ ਬਾਅਦ ਨੈਕਸਟ ਸਮ ਹੈ, ਉਹਦੇ ਵਿੱਚ ਕੀ ਆ, 1/4 ਗੁਣਾ 2/3 ਬਰਾਬਰ 2/3 ਗੁਣਾ 1/4। ਠੀਕ, ਸੋ ਇਸ ਦਾ ਆਨਸਰ ਕੀ ਆਊਗਾ, ਹੁਣ ਇਹ ਵੀ ਕਿ ਕਰਮ ਚੇਂਜ ਕਰਦੇ ਪਏ ਸੀ ਸੰਖਿਆਵਾਂ ਦਾ, ਇਹਨੂੰ ਅੱਗੇ ਲੈ ਗਏ ਇਹਨੂੰ ਪਿੱਛੇ ਲੈ ਗਏ। ਠੀਕ, ਤੇ ਆਨਸਰ ਦੋਨਾਂ ਦਾ ਕਿੰਨਾ ਹੋਊਗਾ, 1 ਗੁਣਾ 2 ਬਰਾਬਰ 2/4 ਗੁਣਾ 3 ਬਰਾਬਰ 12, तो 2/12 ਦੋਨੋਂ ਕੇਸ ਦੇ ਵਿੱਚ ਆਨਸਰ ਆਣਾ। ਇਸ ਕਰਕੇ ਇਹਦਾ ਆਨਸਰ ਹੈ ਪ੍ਰਮੇਯ ਸੰਖਿਆਵਾਂ ਗੁਣਾ ਦੇ ਅੰਤਰਗਤ ਕਰਮ ਵਟਾਂਦਰਾ ਯੋਗ ਹਨ। ਠੀਕ, ਉਸ ਤੋਂ ਬਾਅਦ ਨੈਕਸਟ ਕੀ ਆ, ਦੇਖੋ ਗੁਣਾ ਦਾ ਨਿਸ਼ਾਨ ਆ ਪਰ ਸੰਖਿਆਵਾਂ ਕਿੰਨੀਆਂ, 3, ਇਹਦਾ ਮਤਲਬ ਇਹ ਸਹਿਚਾਰਤਾ ਗੁਣ ਆ ਗਿਆ। तो ਸਹਿਚਾਰਤਾ ਗੁਣਾ ਤੋਂ ਇਹ ਕੀ, ਪ੍ਰਮੇਯ ਸੰਖਿਆ ਗੁਣਾ ਦੇ ਅੰਤਰਗਤ ਸਹਿਚਰ ਹਨ। तो ਇਹਦਾ ਆਨਸਰ ਇਹ ਆ ਜਾਏਗਾ। ਠੀਕ, ਸੋ ਇੱਥੇ ਤੱਕ ਤੁਸੀਂ ਪ੍ਰਮੇਯ ਸੰਖਿਆਵਾਂ ਮੀਨਸ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਵੀ ਕਰ ਲਈ। ਤਾਂ ਉਸ ਤੋਂ ਬਾਅਦ ਪ੍ਰਮੇਯ ਸੰਖਿਆਵਾਂ ਦੇ ਗੁਣ ਮੀਨਸ ਪ੍ਰੋਪਰਟੀਜ਼ ਆਫ ਰੈਸ਼ਨਲ ਨੰਬਰ ਪੜ੍ਹ ਲਈਆਂ। ਉਹਦੇ ਵਿੱਚ ਤੁਸੀਂ ਪੜ੍ਹਿਆ ਕਿ ਪ੍ਰਮੇਯ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹੁੰਦੀਆਂ ਹਨ, ਘਟਾਓ ਦੇ ਅੰਤਰਗਤ ਵੀ ਬੰਦ ਹੁੰਦੀਆਂ ਹਨ, ਗੁਣਾ ਦੇ ਅੰਤਰਗਤ ਵੀ ਬੰਦ ਹੁੰਦੀਆਂ ਹਨ, ਪਰ ਭਾਗ ਦੇ ਅੰਤਰਗਤ ਬੰਦ ਨਹੀਂ ਹੁੰਦੀਆਂ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕਰਮ ਵਟਾਂਦਰਾ ਯੋਗ ਪੜਿਆ, ਉਸ ਵਿੱਚ ਪ੍ਰਮੇਯ ਸੰਖਿਆਵਾਂ ਜੋੜ ਦੇ ਲਈ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ, ਘਟਾਓ ਦੇ ਲਈ ਨਹੀਂ ਹੁੰਦੀਆਂ ਹਨ, ਗੁਣਾ ਦੇ ਲਈ ਪ੍ਰਮੇਯ ਸੰਖਿਆਵਾਂ ਕਰਮ ਵਟਾਂਦਰਾ ਯੋਗ ਹੁੰਦੀਆਂ ਹਨ, ਪਰ ਭਾਗ ਦੇ ਲਈ ਕਰਮ ਵਟਾਂਦਰਾ ਯੋਗ ਨਹੀਂ ਹੁੰਦੀਆਂ। ਉਸ ਤੋਂ ਲਾਸਟ ਵਿੱਚ ਅਸੀਂ ਸਹਿਚਾਰਤਾ ਬਾਰੇ ਪੜਿਆ, ਪ੍ਰਮੇਯ ਸੰਖਿਆਵਾਂ ਜੋੜ ਲਈ ਸਹਿਚਰ ਹੁੰਦੀਆਂ ਹਨ, ਘਟਾਓ ਲਈ ਇਹ ਸਹਿਚਰ ਨਹੀਂ ਹੁੰਦੀਆਂ, ਗੁਣਾ ਦੇ ਲਈ ਸਹਿਚਰ ਹੁੰਦੀਆਂ ਹਨ ਤੇ ਭਾਗ ਦੇ ਲਈ ਸਹਿਚਰ ਨਹੀਂ